सत श्री अकाल। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 5 ਸਾਲ ਪਹਿਲਾਂ ਹੋਇਆ ਪੰਜਾਬੀ ਦਾ ਕਤਲ, ਅੱਜ ਤੱਕ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ। 에ਅਰ ਕੈਨੇਡਾ ਨੂੰ ਪਿਆ ਘਾਟਾ, ਹੁਣ ਹੋ ਰਹੀ ਹੈ ਵੱਧ ਬੁਕਿੰਗ। ਕਈ ਸੂਬਿਆਂ ਦੇ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਢਿੱਲ, ਬਿਨਾਂ ਹੈਲਮਟ ਦੇ ਚਲਾ ਸਕਦੇ ਹਨ ਮੋਟਰਸਾਈਕਲ। ਵੈਨਕੂਵਰ ਪੁਲਿਸ ਨੇ ਬਰਾਮਦ ਕੀਤੇ 27 ਮੋਟਰਸਾਈਕਲ। ਵੈਨਕੂਵਰ ਪੁਲਿਸ ਲੱਭ ਰਹੀ ਹੈ ਮੋਟਰਸਾਈਕਲ ਮਾਲਕਾਂ ਨੂੰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਵੇਗੀ ਇੱਕ ਹੋਰ ਹੀਟ ਵੇਵ, ਮੌਸਮ ਵਿਭਾਗ ਨੇ ਦਿੱਤੀ ਇਸ ਦੀ ਜਾਣਕਾਰੀ। ਬਣਾਏ ਜਾ ਰਹੇ ਨੇ ਵੈਕਸੀਨ ਦੇ ਝੂਠੇ ਪ੍ਰੂਫ, ਇਸ ਬਾਰੇ ਆਈ ਜਾਣਕਾਰੀ ਸਾਹਮਣੇ। ਸਰੀ ਦੇ ਵਿੱਚ ਅੱਜ ਦੇ ਦਿਨ 5 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਪੰਜਾਬੀ ਦਾ ਕਤਲ ਹੋਇਆ ਸੀ। ਪਰਿਵਾਰ ਨੂੰ ਅਜੇ ਤੱਕ ਇਸ ਦਾ ਇਨਸਾਫ ਨਹੀਂ ਮਿਲ ਸਕਿਆ। ਪੁਲਿਸ ਵੱਲੋਂ ਅਜੇ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ 2016 ਦੀ ਹੈ ਜਿੱਥੇ ਗੱਡੀ ਦੇ ਵਿੱਚ ਬੈਠੇ ਹੋਏ ਇਸ ਨੌਜਵਾਨ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਸਨ। ਸਰੀ ਦੇ ਵਿੱਚ ਅੱਜ ਦੇ ਹੀ ਦਿਨ 5 ਸਾਲ ਪਹਿਲਾਂ ਇੱਕ ਪੰਜਾਬੀ ਦਾ ਕਤਲ ਕੀਤਾ ਗਿਆ। ਅਜੇ ਤੱਕ ਇਹ ਮਾਮਲਾ ਸੁਲਝਾਇਆ ਨਹੀਂ ਗਿਆ। ਇਸ ਪੰਜਾਬੀ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। 2016 ਦੇ ਵਿੱਚ ਜਿਸ ਪੰਜਾਬੀ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਜਤਿੰਦਰ ਸੰਧੂ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਤਿੰਦਰ ਸੰਧੂ ਬੇਕਸੂਰ ਹੈ। ਕਤਲ ਦੀ ਜਾਂਚ ਕਰਨ ਵਾਲਿਆਂ ਵੱਲੋਂ ਹੁਣ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ 5 ਸਾਲ ਪਹਿਲਾਂ 2016 ਦੌਰਾਨ ਵੈਲੀ ਦੇ ਵਿੱਚ ਵਾਪਰੀ ਸੀ ਜਿੱਥੇ ਕਾਰ ਦੇ ਵਿੱਚ ਬੈਠੇ 28 ਸਾਲ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। 23 ਜੁਲਾਈ 2016 ਦੀ ਇਸ ਘਟਨਾ ਦੇ ਦੌਰਾਨ ਸੰਧੂ ਦੇ ਦੋਸਤ ਦੀ ਬਾਂਹ ਦੇ ਵਿੱਚ ਵੀ ਗੋਲੀ ਲੱਗੀ ਸੀ। ਜਾਣਕਾਰੀ ਦੇ ਮੁਤਾਬਕ ਦੋਵੇਂ ਜਾਣੇ ਗੱਡੀ ਦੇ ਵਿੱਚ ਬੈਠੇ ਹੋਏ ਸਨ ਜਿਸ ਸਮੇਂ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਜਾਂਚਕਰਤਾਵਾਂ ਵੱਲੋਂ ਇਸ ਮਾਮਲੇ ਨੂੰ ਗੈਂਗ ਵਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਸੰਬੰਧ ਲੋਅਰ ਮੇਨਲੈਂਡ ਦੇ ਵਿੱਚ ਜੋ ਗੈਂਗ ਕੌਨਫਲਿਕਟ ਚੱਲ ਰਹੀ ਹੈ ਉਸ ਦੇ ਨਾਲ ਹੈ। ਇਸ ਦੌਰਾਨ ਸੰਧੂ ਦੀ ਮਾਂ ਵੱਲੋਂ ਵੀ ਆਪਣਾ ਦੁੱਖ ਬਿਆਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੀ ਯਾਦ ਸੌਂਦੀ ਹੈ। ਸੰਧੂ ਚਾਹੇ ਪਰਿਵਾਰ ਨੂੰ 5 ਸਾਲ ਪਹਿਲਾਂ ਛੱਡ ਗਿਆ ਪਰ ਪਰਿਵਾਰ ਦੇ ਜ਼ਖਮ ਅੱਜ ਵੀ ਅੱਲੇ ਹਨ। ਸੰਧੂ ਦਾ ਵਿਆਹ ਨਹੀਂ ਹੋਇਆ ਸੀ। ਉਹ 3 ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੇ ਸੰਬੰਧ ਦੇ ਵਿੱਚ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇੱਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਪਰ ਕਾਲ ਕਰਕੇ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। 187755144448 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਕੈਨੇਡੀਅਨ 에ਅਰਲਾਈਨ 에ਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਉਹਨਾਂ ਨੂੰ ਵੱਡਾ ਘਾਟਾ ਸਹਿਣਾ ਪਿਆ। ਨਾਲ ਹੀ 에ਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਹੁਣ ਜੋ ਸਰਕਾਰ ਵੱਲੋਂ ਰਾਹਤ ਸੰਬੰਧੀ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਵੱਧ ਬੁਕਿੰਗ ਹੋ ਰਹੀ ਹੈ। 에ਅਰ ਕੈਨੇਡਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੋ ਹਾਲ ਹੀ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਯਾਤਰਾ ਦੇ ਵਿੱਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਯਾਤਰੀ ਨੇ ਹੋਰ ਵੀ ਬੁਕਿੰਗ ਨੂੰ ਲੈ ਕੇ ਉਤਸ਼ਾਹਿਤ ਹੋਣਗੇ। ਕੈਨੇਡਾ ਦੀਆਂ ਵੱਖ-ਵੱਖ 에ਅਰਲਾਈਨਸ ਨੂੰ ਕਰੋਨਾ ਵਾਇਰਸ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਇਸ ਦੌਰਾਨ ਘਾਟਾ ਸਹਿਣਾ ਪਿਆ। ਕੈਨੇਡਾ ਦੀ 에ਅਰਲਾਈਨ 에ਅਰ ਕੈਨੇਡਾ ਵੱਲੋਂ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। 에ਅਰ ਕੈਨੇਡਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਹੁਣ ਯਾਤਰਾ ਸੰਬੰਧੀ ਰਾਹਤ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬੁਕਿੰਗਸ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪ੍ਰੀ ਪੈਂਡੈਮਿਕ ਦੇ ਮੁਕਾਬਲੇ ਅਜੇ ਵੀ ਬੁਕਿੰਗ ਘੱਟ ਹੈ ਪਰ ਫਿਰ ਵੀ ਹੁਣ ਪਹਿਲਾਂ ਦੇ ਨਾਲੋਂ ਸੁਧਾਰ ਦੇਖਿਆ ਜਾ ਰਿਹਾ ਹੈ। 에ਅਰਲਾਈਨ ਦੇ CEO ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਡੋਮੈਸਟਿਕ, ਟਰਾਂਸ ਬਾਰਡਰ ਅਤੇ ਐਟਲਾਂਟਿਕ ਮਾਰਕੀਟ ਦੇ ਵਾਸਤੇ ਬੁਕਿੰਗ ਦੇ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਵਿੱਚ ਜੋ ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਵੱਡਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ 에ਅਰਲਾਈਨਸ ਦੀਆਂ ਬੁਕਿੰਗ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਵੇਗਾ। ਮੌਂਟਰੀਅਲ ਬੇਸਡ ਕੰਪਨੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਇਸ 에ਅਰਲਾਈਨ ਨੂੰ ਇਸ ਸਾਲ 1.7 ਬਿਲੀਅਨ ਡਾਲਰ ਦਾ ਘਾਟਾ ਪਿਆ ਜਦਕਿ ਪਿਛਲੇ ਸਾਲ ਉਹਨਾਂ ਨੂੰ 1.75 ਬਿਲੀਅਨ ਡਾਲਰ ਦਾ ਘਾਟਾ ਪਿਆ ਸੀ। 에ਅਰਲਾਈਨ ਵੱਲੋਂ 1.8 ਬਿਲੀਅਨ ਡਾਲਰ ਦੀ ਐਡਜਸਟਡ ਪ੍ਰੋਫਿਟਸ ਦੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ 에ਅਰਲਾਈਨ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 78% ਸੀਟਾਂ ਦੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਗਿਆ ਹੈ। 에ਅਰ ਕੈਨੇਡਾ ਵੱਲੋਂ ਰੀਫੰਡ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਰੱਦ ਹੋਈਆਂ ਸਨ ਉਹਨਾਂ ਨੂੰ 에ਅਰਲਾਈਨ ਕੰਪਨੀ ਵੱਲੋਂ ਰਿਫੰਡ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੂਨ ਤੋਂ ਜੁਲਾਈ ਮਹੀਨੇ ਦੇ ਵਿਚਕਾਰ ਕੰਪਨੀ ਵੱਲੋਂ 2900 ਦੇ ਕਰੀਬ ਕਰਮਚਾਰੀਆਂ ਨੂੰ ਵਾਪਸ ਵੀ ਕੰਮ ਦੇ ਉੱਪਰ ਬੁਲਾਇਆ ਗਿਆ ਤੇ ਹੁਣ 에ਅਰ ਕੈਨੇਡਾ ਨੂੰ ਉਮੀਦ ਹੈ ਕਿ ਸਰਕਾਰ ਦੇ ਐਲਾਨ ਤੋਂ ਬਾਅਦ ਹੋਰ ਵੀ ਜ਼ਿਆਦਾ ਬੁਕਿੰਗ ਹੋਵੇਗੀ।
ਕੈਨੇਡਾ ਦੇ ਵਿੱਚ ਕਈ ਅਜਿਹੇ ਸੂਬੇ ਹਨ ਜਿੱਥੇ ਜਿਹੜੇ ਦਸਤਾਰਧਾਰੀ ਸਿੱਖ ਨੇ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾ ਸਕਦੇ ਨੇ, ਪਰ ਬਹੁਤ ਸਾਰੇ ਸੂਬੇ ਅਜਿਹੇ ਵੀ ਹਨ ਜਿੱਥੇ ਅਜੇ ਇਹ ਜਿਹੜੀ ਪਰਮਿਸ਼ਨ ਹੈ ਉਹ ਮਿਲਣੀ ਬਾਕੀ ਹੈ। ਕੈਨੇਡਾ ਦੇ ਕਿਹਨਾਂ ਸੂਬਿਆਂ ਦੇ ਵਿੱਚ ਇਸ ਦੀ ਮਨਜ਼ੂਰੀ ਹੈ, ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਦਸਤਾਰਧਾਰੀ ਸਿੱਖਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਦਸਤਾਰ ਦੇ ਨਾਲ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਕੈਨੇਡਾ ਦੇ ਕਈ ਅਜਿਹੇ ਸੂਬੇ ਹਨ ਜਿੱਥੇ ਬਿਨਾਂ ਹੈਲਮਟ ਦੇ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਕੁਝ ਪ੍ਰੋਵਿੰਸ ਦੇ ਵਿੱਚ ਅਜੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ, ontario, ਐਲਬਰਟਾ ਅਤੇ ਮੈਨੀਟੋਬਾ ਦੇ ਅੰਦਰ ਦਸਤਾਰਧਾਰੀ ਮੋਟਰਸਾਈਕਲਿਸਟ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾ ਸਕਦੇ ਨੇ। ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਵੱਲੋਂ 1999 ਦੇ ਵਿੱਚ ਇਸ ਨੂੰ ਹਰੀ ਝੰਡੀ ਦਿੱਤੀ ਗਈ ਸੀ। ਬਾਅਦ ਦੇ ਵਿੱਚ ontario ਅਤੇ ਐਲਬਰਟਾ ਦੇ ਵਿੱਚ 2018 ਦੇ ਦੌਰਾਨ ਪਰਮਿਸ਼ਨ ਦਿੱਤੀ ਗਈ। ontario ਦੀ ਅਦਾਲਤ ਦੇ ਵਿੱਚ ਵੀ ਇਹ ਮਸਲਾ ਗਿਆ ਸੀ। ਇੱਥੇ 2015 ਦੇ ਦੌਰਾਨ ਇੱਕ ਪੰਜਾਬੀ ਸਿੱਖ ਜਿਸ ਦਾ ਨਾਮ ਬਲਜਿੰਦਰ ਸਿੰਘ ਬਦੇਸ਼ਾ ਹੈ, ਉਸ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਸੀ। ਬਦੇਸ਼ਾ ਵੱਲੋਂ ਇਸ ਤੋਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਚਾਹੇ ਇਸ ਦੌਰਾਨ ਵਿਦੇਸ਼ਾ ਅਦਾਲਤ ਦੇ ਵਿੱਚ ਇਹ ਕੇਸ ਹਾਰ ਗਏ ਸਨ, ਪਰ ਬਾਅਦ ਦੇ ਵਿੱਚ ਇੱਥੇ ਇਸ ਸੂਬੇ ਦੇ ਵਿੱਚ 2018 ਦੌਰਾਨ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਵੈਨਕੂਵਰ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ 2 ਦਰਜਨ ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਗਏ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮੋਟਰਸਾਈਕਲਾਂ ਦੇ ਮਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਦਰਜਨ ਤੋਂ ਵੱਧ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦੇ ਮੁਤਾਬਕ ਇਹ ਮੋਟਰਸਾਈਕਲ ਈਸਟ ਵੈਨਕੂਵਰ ਸਟੋਰੇਜ ਲੋਕਰ ਤੋਂ ਬਰਾਮਦ ਕੀਤੇ ਗਏ ਅਤੇ ਹੁਣ ਵੈਨਕੂਵਰ ਪੁਲਿਸ ਵੱਲੋਂ ਇਹਨਾਂ ਵਾਹਨਾਂ ਦੇ ਮਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵੱਲੋਂ ਇਸ ਨੂੰ ਕਾਫੀ ਲੰਬੀ ਅਤੇ ਕੰਪਲੈਕਸ ਇਨਵੈਸਟੀਗੇਸ਼ਨ ਦੱਸਿਆ ਗਿਆ ਹੈ। ਇਹ ਜਾਂਚ ਫਰੰਟ ਲਾਈਨ ਪੈਟਰੋਲ ਆਫੀਸਰਸ ਦੇ ਵੱਲੋਂ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਜੋ ਇਸ ਮਾਮਲੇ ਸੰਬੰਧੀ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਹਨਾਂ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 27 ਬਾਈਕ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ $45,000 ਦੇ ਕਰੀਬ ਦੱਸੀ ਗਈ ਹੈ। ਜਿਹੜੇ ਬਾਈਕ ਬਰਾਮਦ ਕੀਤੇ ਗਏ ਉਹਨਾਂ ਦੇ ਵਿੱਚ ਹਾਈ ਐਂਡ ਰੋਡ ਬਾਈਕਸ, ਈ ਬਾਈਕਸ ਅਤੇ ਮਾਊਂਟੇਨ ਬਾਈਕਸ ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਕੁਝ ਮਾਲਕਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਗਈ ਹੈ ਤੇ ਉਹਨਾਂ ਦੇ ਵਾਹਨ ਉਹਨਾਂ ਨੂੰ ਸੌਂਪ ਦਿੱਤੇ ਗਏ ਨੇ, ਪਰ ਜਿਨ੍ਹਾਂ ਦੇ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ 6047173321 ਨੰਬਰ ਜਾਰੀ ਕੀਤਾ ਗਿਆ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹੋਰ ਹੀਟ ਵੇਵ ਆਵੇਗੀ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵਾਸੀ ਅਗਲੇ ਹਫ਼ਤੇ ਇੱਕ ਹੋਰ ਹੀਟ ਵੇਵ ਦਾ ਸਾਹਮਣਾ ਕਰਨਗੇ। ਇਸ ਦੇ ਬਾਰੇ ਵਿੱਚ ਇਨਵਾਇਰਨਮੈਂਟ ਕੈਨੇਡਾ ਨੇ ਦੱਸਿਆ ਹੈ ਕਿ ਪਹਿਲਾਂ ਵਾਲੀ ਹੀਟ ਵੇਵ ਦੇ ਨਾਲੋਂ ਇਹ ਘੱਟ ਖਤਰਨਾਕ ਹੋਵੇਗੀ। ਜੋ ਜੂਨ ਮਹੀਨੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵੇਵ ਆਈ ਸੀ, ਉਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਗਈ ਸੀ। ਅਗਲੇ ਹਫ਼ਤੇ ਸਦਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹੋਰ ਹੀਟ ਵੇਵ ਆ ਸਕਦੀ ਹੈ। ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਕੋਸਟ ਦੇ ਵਿੱਚ ਇੱਕ ਹੋਰ ਹੀਟ ਵੇਵ ਦਸਤਕ ਦੇ ਸਕਦੀ ਹੈ। ਨਾਲ ਹੀ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਦੀ ਹੀਟ ਵੇਵ ਦਾ ਸਾਹਮਣਾ ਬ੍ਰਿਟਿਸ਼ ਕੋਲੰਬੀਆ ਵੱਲੋਂ ਜੂਨ ਮਹੀਨੇ ਦੌਰਾਨ ਕੀਤਾ ਗਿਆ, ਇਹ ਹੀਟ ਵੇਵ ਉਸ ਤੋਂ ਅਲੱਗ ਹੋਵੇਗੀ, ਜਿਸ ਦਾ ਮਤਲਬ ਹੈ ਕਿ ਪਹਿਲੀ ਹੀਟ ਵੇਵ ਦੇ ਮੁਕਾਬਲੇ ਇਸ ਵਾਰ ਦੀ ਹੀਟ ਵੇਵ ਹਲਕੀ ਹੋਵੇਗੀ, ਕਿਉਂਕਿ ਜੋ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵੱਲੋਂ ਹੀਟ ਵੇਵ ਦਾ ਸਾਹਮਣਾ ਕੀਤਾ ਗਿਆ, ਉਸ ਵੱਲੋਂ ਕਈ ਰਿਕਾਰਡ ਤੋੜੇ ਗਏ। ਜਾਣਕਾਰੀ ਦੇ ਮੁਤਾਬਕ ਪਿਛਲੀ ਹੀਟ ਵੇਵ ਦੇ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 719 ਦੇ ਕਰੀਬ ਜਾਨਾਂ ਚਲੀਆਂ ਗਈਆਂ ਅਤੇ ਕਈ ਜਾਨਵਰਾਂ ਦੀ ਮੌਤ ਵੀ ਇਸ ਦੇ ਕਾਰਨ ਹੋਈ। ਜਾਣਕਾਰੀ ਦੇ ਮੁਤਾਬਕ ਵੈਨਕੂਵਰ ਦੇ ਵਿੱਚ ਤਾਪਮਾਨ 29 ਡਿਗਰੀ ਸੈਲਸੀਅਸ ਜਾਂ ਫਿਰ ਇਸ ਤੋਂ ਵੱਧ ਰਹਿ ਸਕਦਾ ਹੈ। ਵਿਭਾਗ ਵੱਲੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ-ਸਮੇਂ ਦੇ ਉੱਪਰ ਵੈਦਰ ਦੇ ਨਾਲ ਸੰਬੰਧਿਤ ਅਪਡੇਟ ਚੈੱਕ ਕਰਦੇ ਰਹਿਣ, ਤਾਂ ਕਿ ਉਹ ਹੀਟ ਵੇਵ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਸਕਣ। ਕਿ ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਝੂਠੇ ਪ੍ਰੂਫ ਵਰਤੇ ਜਾਂਦੇ ਨੇ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ਦਾ ਜਵਾਬ ਹੈ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਈਆਂ ਵੱਲੋਂ ਝੂਠੇ ਕੋਵਿਡ-19 ਵੈਕਸੀਨ ਦੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਅਜਿਹੀਆਂ ਆਨਲਾਈਨ ਸਾਈਟਸ ਨੇ ਜਿੱਥੇ ਘੱਟ ਕੀਮਤ ਦੇ ਉੱਪਰ ਇਹ ਜਿਹੜੇ ਜਾਲੀ ਵੈਕਸੀਨ ਪ੍ਰੂਫ ਹਨ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ।
ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੈਨੇਡਾ ਦੇ ਵਿੱਚ ਜਾਲੀ ਵੈਕਸੀਨ ਕਾਰਡ ਇਸਤੇਮਾਲ ਕੀਤੇ ਜਾਂਦੇ ਨੇ। ਕੈਨੇਡਾ ਦੇ ਵਿੱਚ ਵੈਕਸੀਨ ਪਾਸਪੋਰਟ ਨੂੰ ਲੈ ਕੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਹਨ। ਅਜਿਹੇ ਦੇ ਵਿੱਚ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਜਿੱਥੇ ਜਾਲੀ ਵੈਕਸੀਨ ਕਾਰਡ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਕੈਨੇਡਾ ਦੇ ਵਿੱਚ ਦਾਖਲਾ ਲਿਆ ਜਾਵੇ। ਡਾਰਕ ਵੈਬ ਦੇ ਉੱਪਰ ਇਹਨਾਂ ਫੇਕ ਵੈਕਸੀਨ ਕਾਰਡਸ ਨੂੰ ਵੇਚਿਆ ਜਾ ਰਿਹਾ ਹੈ, ਜਿੱਥੇ ਤੁਸੀਂ ਕੁਝ ਡਾਲਰ ਦੇ ਕੇ ਇਹਨਾਂ ਜਾਲੀ ਵੈਕਸੀਨ ਕਾਰਡ ਨੂੰ ਖਰੀਦ ਸਕਦੇ ਹੋ। ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ Amazon ਤੋਂ ਵੀ ਇਹ ਨਕਲੀ ਵੈਕਸੀਨ ਕਾਰਡ ਖਰੀਦੇ ਜਾ ਰਹੇ ਹਨ। ਇੱਥੇ 10 ਬਲੈਂਕ CDC ਕਾਰਡ ਮਿਲ ਜਾਂਦੇ ਨੇ ਜਿਸ ਦੀ ਕੀਮਤ $18.98 ਹੈ ਤੇ ਜੇਕਰ ਇਹਨਾਂ ਵੈਕਸੀਨ ਕਾਰਡ ਦੇ ਵਾਸਤੇ ਤੁਹਾਨੂੰ ਪ੍ਰੋਟੈਕਟਰ ਚਾਹੀਦਾ ਹੈ ਤਾਂ ਉਸ ਦੀ ਤੁਹਾਨੂੰ ਅਲੱਗ ਤੋਂ ਕੀਮਤ ਅਦਾ ਕਰਨੀ ਹੋਵੇਗੀ। ਮੈਨੀਟੋਬਾ ਦੇ ਵਿੱਚ ਦਾਖਲ ਹੋਣ ਦੇ ਵਾਸਤੇ ਤੁਹਾਨੂੰ ਸਕੈਨੇਬਲ QR ਕੋਡ ਵਾਲਾ ਵੈਕਸੀਨ ਕਾਰਡ ਦਿਖਾਉਣਾ ਪੈਂਦਾ ਹੈ, ਜਦਕਿ ਓਨਟਾਰੀਓ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੁਹਾਨੂੰ ਵੈਕਸੀਨ ਦੇ ਬਾਰੇ ਵਿੱਚ ਆਨਲਾਈਨ ਜਾਣਕਾਰੀ ਸਾਂਝੀ ਕਰਨੀ ਪੈਂਦੀ ਹੈ। ਇਹਨਾਂ ਜਾਲੀ ਵੈਕਸੀਨ ਕਾਰਡਾਂ ਦੇ ਬਾਰੇ ਦੇ ਵਿੱਚ ਹਰ ਕਿਸੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਚਿੰਤਾ ਤੇ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਘੱਟ ਕੀਮਤ ਦੇ ਉੱਪਰ ਵੀ ਇਹ ਨਕਲੀ ਵੈਕਸੀਨ ਕਾਰਡ ਖਰੀਦੇ ਜਾ ਰਹੇ ਨੇ। ਯੂਰਪ ਏਜੰਸੀ ਵੱਲੋਂ ਕੋਵਿਡ-19 ਵੈਕਸੀਨ ਮੋਡਰਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਜੋ ਇੱਕ ਸਟੱਡੀ ਕਰਵਾਈ ਗਈ ਉਸ ਦੇ ਵਿੱਚ ਇਹ ਵੈਕਸੀਨ 12 ਤੋਂ 17 ਸਾਲ ਦੀ ਉਮਰ ਵਾਲਿਆਂ ਦੇ ਲਈ ਸੁਰੱਖਿਅਤ ਪਾਇਆ ਗਿਆ ਹੈ। ਯੂਰਪ ਦੀ ਏਜੰਸੀ ਵੱਲੋਂ ਇਸ ਵੈਕਸੀਨ ਨੂੰ 12 ਤੋਂ 17 ਸਾਲ ਦੀ ਉਮਰ ਵਾਲਿਆਂ ਦੇ ਲਈ ਕਲੀਅਰ ਦੱਸਿਆ ਗਿਆ ਹੈ। ਯੂਰਪੀਅਨ ਏਜੰਸੀ ਵੱਲੋਂ ਬੱਚਿਆਂ ਦੇ ਵਾਸਤੇ ਮੋਡਰਨਾ ਟੀਕੇ ਨੂੰ ਕਲੀਅਰ ਕੀਤਾ ਗਿਆ ਹੈ। ਯੂਰਪੀਅਨ ਮੈਡੀਸਿਨਸ ਏਜੰਸੀ ਵੱਲੋਂ 12 ਸਾਲ ਤੋਂ 17 ਸਾਲ ਦੇ ਉਮਰ ਵਾਲਿਆਂ ਦੇ ਵਾਸਤੇ ਮੋਡਰਨਾ ਨੂੰ ਰეკਮੈਂਡ ਕੀਤਾ ਗਿਆ। ਯੂਰਪ ਡਰੱਗ ਰੈਗੂਲੇਟਰਸ ਦੇ ਵੱਲੋਂ 3700 ਦੇ ਕਰੀਬ ਬੱਚਿਆਂ ਦੇ ਉੱਪਰ ਰਿਸਰਚ ਕੀਤੀ ਗਈ। ਇਹਨਾਂ ਬੱਚਿਆਂ ਦੀ ਉਮਰ 12 ਸਾਲ ਤੋਂ 17 ਸਾਲ ਦੇ ਵਿਚਕਾਰ ਸੀ, ਜਿਨ੍ਹਾਂ ਦੇ ਉੱਪਰ ਮੋਡਰਨਾ ਟੀਕੇ ਦੀ ਰਿਸਰਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਫਾਈਜ਼ਰ ਵੈਕਸੀਨ 12 ਤੋਂ 17 ਸਾਲ ਦੀ ਉਮਰ ਵਾਲਿਆਂ ਦੇ ਬੱਚਿਆਂ ਦੇ ਉੱਪਰ ਲਗਾਇਆ ਜਾ ਰਿਹਾ ਹੈ ਤੇ ਹੁਣ ਮੋਡਰਨਾ ਵੈਕਸੀਨ ਵੀ 12 ਤੋਂ 17 ਸਾਲ ਉਮਰ ਵਾਲਿਆਂ ਨੂੰ ਲਗਾਈ ਜਾ ਸਕੇਗੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਗਲੋਬਲ ਪੱਧਰ ਦੇ ਉੱਪਰ ਟੀਕੇ ਦੀ ਸਪਲਾਈ ਅਜੇ ਵੀ ਟਾਈਟ ਨਜ਼ਰ ਆ ਰਹੀ ਹੈ। WHO ਵੱਲੋਂ ਕਈ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਦੇਸ਼ਾਂ ਨੂੰ ਵੈਕਸੀਨ ਲਗਵਾਉਣ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵ ਕਿ ਜਿਹੜੇ ਦੇਸ਼ਾਂ ਦੇ ਵਿੱਚ ਇਸ ਸਮੇਂ ਵੈਕਸੀਨ ਨਹੀਂ ਲੱਗ ਰਹੀ, ਉਹਨਾਂ ਨੂੰ ਟੀਕੇ ਦਾਨ ਕੀਤੇ ਜਾਣ। ਜ਼ਿਕਰਯੋਗ ਹੈ ਕਿ ਫਾਈਜ਼ਰ ਅਤੇ ਮੋਡਰਨਾ ਦੋਨਾਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਬੱਚਿਆਂ ਦੇ ਉੱਪਰ ਆਪਣੇ ਟੀਕੇ ਨੂੰ ਟੈਸਟ ਕੀਤਾ ਜਾ ਰਿਹਾ ਸੀ। ਇਹਨਾਂ ਦੋਨਾਂ ਕੰਪਨੀਆਂ ਵੱਲੋਂ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਦੇ ਉੱਪਰ ਆਪਣੀ ਵੈਕਸੀਨ ਨੂੰ ਟੈਸਟ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਉਹਨਾਂ ਦੀ ਵੈਕਸੀਨ ਨੂੰ ਸਭ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਸਤੇ ਵੀ ਮਾਨਤਾ ਮਿਲ ਸਕੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ ਫਾਇਰ ਫਾਈਟਰਸ ਨੇ ਲਗਾਤਾਰ ਆਪਣੇ ਕੰਮ ਦੇ ਵਿੱਚ ਜੁਟੇ ਹੋਏ ਨੇ, ਪਰ ਇਹਨਾਂ ਫਾਇਰ ਫਾਈਟਰਸ ਨੂੰ ਅੱਗ ਬੁਝਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ। ਇਹ ਪਰੇਸ਼ਾਨੀ ਇੱਥੇ ਜੋ ਬਾਰਿਸ਼ ਨਹੀਂ ਹੋ ਰਹੀ, ਪਾਣੀ ਦੀ ਕਮੀ ਹੈ ਤੇ ਖੁਸ਼ਕ ਮੌਸਮ ਉਸ ਦੇ ਕਾਰਨ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਫਰੰਟ ਲਾਈਨ ਅਤੇ ਕ੍ਰੂਜ਼ ਦੇ ਵਾਸਤੇ ਕਾਬੂ ਪਾਉਣ ਦੇ ਲਈ ਚੁਣੌਤੀ ਬਣੀ ਹੋਈ ਹੈ। ਇਸ ਸਮੇਂ ਸੂਬੇ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਖੁਸ਼ਕ ਹੈ। ਅਜੇ ਤੱਕ ਇੱਥੇ ਹਲਕੀ ਜਿਹੀ ਬਰਸਾਤ ਵੀ ਨਹੀਂ ਹੋਈ ਹੈ। ਬਹੁਤ ਸਾਰੇ ਖੇਤਰ ਅਜਿਹੇ ਨੇ ਜਿੱਥੇ ਅਜੇ ਵੀ ਤਾਪਮਾਨ ਕਾਫੀ ਜ਼ਿਆਦਾ ਹੈ। ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਐਗਜ਼ੀਕਿਊਟਿਵ ਡਾਇਰੈਕਟਰ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ। ਪਾਣੀ ਦੀ ਕਮੀ ਕਾਫੀ ਜ਼ਿਆਦਾ ਚੁਣੌਤੀਪੂਰਨ ਬਣੀ ਹੋਈ ਹੈ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਅੱਗ ਦੇ ਉੱਪਰ ਜਲਦ ਕਾਬੂ ਨਹੀਂ ਪਾਇਆ ਜਾ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ 1 ਤੋਂ ਲੈ ਕੇ ਹੁਣ ਤੱਕ 3,60,000 ਹੈਕਟੇਅਰ ਦਾ ਹਿੱਸਾ ਜਲ ਚੁੱਕਿਆ ਹੈ। ਸਭ ਤੋਂ ਵੱਧ ਵਾਈਲਡ ਫਾਇਰ ਕੈਮਲੂਪਸ ਦੇ ਵਿੱਚ ਹਨ। ਕੈਮਲੂਪਸ ਦੇ ਵਿੱਚ ਇਸ ਸਮੇਂ 98 ਦੇ ਕਰੀਬ ਐਕਟਿਵ ਵਾਈਲਡ ਫਾਇਰ ਦੇ ਮਾਮਲੇ ਹਨ। ਸਾਊਥ ਈਸਟ ਫਾਇਰ ਸੈਂਟਰ ਦੇ ਵਿੱਚ ਇਹ ਗਿਣਤੀ 64 ਦੀ ਹੈ, ਜਦਕਿ ਕੈਰੀਬੂ ਫਾਇਰ ਸੈਂਟਰ ਦੇ ਵਿੱਚ 45 ਮਾਮਲੇ ਦਰਜ ਕੀਤੇ ਗਏ। ਇਸ ਸਮੇਂ ਸੂਬੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਾਪਰਟੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਵੈਕੂਏਸ਼ਨ ਆਰਡਰ ਦੇ ਅਧੀਨ ਰੱਖਿਆ ਗਿਆ। ਇਸ ਸੂਬੇ ਦੇ ਵਿੱਚ ਇਸ ਸਮੇਂ ਜੋ ਮੌਸਮ ਦੇ ਹਾਲਾਤ ਨੇ ਉਸ ਦੇ ਨਾਲ ਅੱਗ ਤੇ ਕਾਬੂ ਪਾਉਣਾ ਕਾਫੀ ਜ਼ਿਆਦਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਫਾਇਰ ਫਾਈਟਰਸ ਲਗਾਤਾਰ ਆਪਣੇ ਕੰਮ ਦੇ ਵਿੱਚ ਜੁਟੇ ਹੋਏ ਨੇ, ਪਰ ਇੱਥੇ ਡਰਾਈ ਵੈਦਰ ਹੋਣ ਦੇ ਕਾਰਨ ਅਤੇ ਪਾਣੀ ਦੀ ਕਮੀ ਦੇ ਕਾਰਨ ਅੱਗ ਨੂੰ ਬੁਝਾਉਣ ਦੇ ਵਿੱਚ ਦਿੱਕਤ ਆ ਰਹੀ ਹੈ। ਆਸ-ਪਾਸ ਦੇ ਰਹਿਣ ਵਾਲਿਆਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ ਦੇ ਉੱਪਰ ਚਲੇ ਜਾਣ। ਤਾਜ਼ਾ ਜਾਣਕਾਰੀ ਦੇ ਮੁਤਾਬਕ 4,300 ਤੋਂ ਵੱਧ ਪ੍ਰਾਪਰਟੀਆਂ ਇਸ ਸਮੇਂ ਇਵੈਕੂਏਸ਼ਨ ਆਰਡਰ ਦੇ ਅਧੀਨ ਹਨ। ਅਲਬਰਟਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇੱਥੋਂ ਦੇ ਟਾਪ ਡਾਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਲਬਰਟਾ ਦੇ ਵਿੱਚ ਇਸ ਸਮੇਂ ਜਿੰਨੇ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਦੇ ਵਿੱਚੋਂ ਵੱਡੀ ਗਿਣਤੀ ਮਾਮਲੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ।
ਐਲਬਰਟਾ ਅਤੇ ਵੱਖ-ਵੱਖ ਸੂਬਿਆਂ ਦੇ ਵਿੱਚ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਹੀ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾਵੇ। ਐਲਬਰਟਾ ਦੇ ਵਿੱਚ ਇਸ ਸਮੇਂ ਜੋ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵੱਲੋਂ ਕੋਵਿਡ-19 ਵਾਇਰਸ ਦੀ ਵੈਕਸੀਨ ਨਹੀਂ ਲਗਵਾਈ ਗਈ, ਉਹਨਾਂ ਦੇ ਵਿੱਚ ਹੁਣ ਇਸ ਵਾਇਰਸ ਦਾ ਫੈਲਾਅ ਦੇਖਿਆ ਜਾ ਰਿਹਾ ਹੈ। ਐਲਬਰਟਾ ਦੇ ਟਾਪ ਡਾਕਟਰ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਪ੍ਰੋਵਿੰਸ ਦੇ ਵਿੱਚ ਜਿਹੜੇ ਮਰੀਜ਼ ਹਸਪਤਾਲ ਦੇ ਵਿੱਚ ਨੇ ਅਤੇ ਜਿਹੜੀਆਂ ਮੌਤਾਂ ਇਸ ਵਾਇਰਸ ਦੇ ਕਾਰਨ ਹੋ ਰਹੀਆਂ ਨੇ, ਇਹ ਉਹ ਲੋਕ ਹਨ ਜਿਨ੍ਹਾਂ ਵੱਲੋਂ ਕੋਵਿਡ-19 ਟੀਕਾ ਹਾਸਲ ਨਹੀਂ ਕੀਤਾ ਗਿਆ। ਡਾਕਟਰ ਡੀਨਾ ਦਾ ਕਹਿਣਾ ਹੈ ਕਿ ਜਨਵਰੀ 1 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਐਲਬਰਟਾ ਦੇ ਵਿੱਚ ਮਾਮਲੇ ਸਾਹਮਣੇ ਆਏ, ਉਹਨਾਂ ਵਿੱਚੋਂ 96% ਕੇਸ ਉਹ ਹਨ ਜਿਨ੍ਹਾਂ ਵੱਲੋਂ ਵੈਕਸੀਨ ਹਾਸਲ ਨਹੀਂ ਕੀਤੀ ਗਈ। ਇਸ ਦੇ ਵਾਸਤੇ ਉਹਨਾਂ ਵੱਲੋਂ 91% ਮੌਤਾਂ, 65% ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸੂਬੇ ਦੇ ਬਾਰੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਮੁਕਾਬਲੇ ਐਲਬਰਟਾ ਦੇ ਵਿੱਚ ਵੈਕਸੀਨੇਸ਼ਨ ਰੇਟ ਘੱਟ ਹੈ। ਐਲਬਰਟਾ ਦੇ ਵਿੱਚ 75% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 60% ਆਬਾਦੀ ਨੂੰ 2 ਡੋਜ਼ ਲਗਾਈਆਂ ਗਈਆਂ ਨੇ, ਜਦਕਿ ਓਨਟਾਰੀਓ ਦੇ ਵਿੱਚ 80% ਆਬਾਦੀ ਨੂੰ 1 ਡੋਜ਼ ਅਤੇ 64% ਆਬਾਦੀ ਨੂੰ 2 ਡੋਜ਼ ਲਗਾਏ ਜਾ ਚੁੱਕੇ ਨੇ। ਡਾਕਟਰ ਡੀਨਾ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਵੈਕਸੀਨ ਲਗਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਹਤ ਪੱਖੋਂ ਪਰੇਸ਼ਾਨੀ ਆ ਰਹੀ ਹੈ, ਉਹਨਾਂ ਨੂੰ ਕਿਸੇ ਪ੍ਰੋਫੈਸ਼ਨਲ ਦੇ ਨਾਲ ਕੰਸਲਟ ਕਰਨਾ ਚਾਹੀਦਾ ਹੈ ਤੇ ਵੈਕਸੀਨ ਹਾਸਲ ਕਰਨੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਡੈਲਟਾ ਵੇਰੀਐਂਟ ਨੂੰ ਲੈ ਕੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਵੇਰੀਐਂਟ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਕਰਕੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਗਈ, ਉਹਨਾਂ ਨੂੰ ਜਲਦ ਹੀ ਵੈਕਸੀਨ ਸ਼ਾਟ ਲਗਵਾਉਣੇ ਚਾਹੀਦੇ ਨੇ। ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚੋਂ ਔਰਤ ਦੀ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨਾਰਥ ਯਾਰਕ ਦੇ ਇੱਕ ਘਰ ਦੇ ਵਿੱਚ ਰਾਤ ਨੂੰ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਹੁਣ ਹੋਮਿਸਾਈਡ ਯੂਨਿਟ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ 2:50 ਦੇ ਉੱਪਰ ਫਸਟ ਰਿਸਪੌਂਡਰਸ ਨੂੰ ਲਾਰੈਂਸ ਐਵਨਿਊ ਵੈਸਟ ਅਤੇ ਕਲਟਫੋਰਡ ਰੋਡ ਦੇ ਉੱਪਰ ਛੁਰੇਬਾਜ਼ੀ ਦੀ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਹੋਈ ਸੀ। ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪੀੜਤ ਆਪਣੇ ਘਰ ਦੇ ਵਿੱਚ ਹੀ ਮ੍ਰਿਤਕ ਪਾਇਆ ਗਿਆ ਹੈ। ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਘਟਨਾ ਵਾਲੀ ਥਾਂ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਹੋਮਿਸਾਈਡ ਯੂਨਿਟ ਵੱਲੋਂ ਇਹ ਇਨਵੈਸਟੀਗੇਸ਼ਨ ਟੇਕ ਓਵਰ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਇਸ ਘਟਨਾ ਦੇ ਸੰਬੰਧੀ ਹੋਰ ਕੋਈ ਵੀ ਸਸਪੈਕਟ ਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੀ ਹੈ। ਟੋਰਾਂਟੋ ਪੁਲਿਸ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿਸ ਵਿਕਟਮ ਦੀ ਇਸ ਦੌਰਾਨ ਮੌਤ ਹੋਈ ਹੈ, ਉਹ ਇੱਕ ਔਰਤ ਹੈ, ਜਿਸ ਦੇ ਬਾਰੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ਅਜੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਇਸ ਦੀ ਇਨਵੈਸਟੀਗੇਸ਼ਨ ਜਾਰੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਈ ਮਹੀਨੇ ਦੌਰਾਨ ਕੈਨੇਡਾ ਦੇ ਵਿੱਚ ਰੀਟੇਲ ਸੇਲ ਘਟ ਰਹੀ ਹੈ। ਕੈਨੇਡਾ ਵੱਲੋਂ ਜੋ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਸਨ, ਇਸ ਦੇ ਕਾਰਨ ਆਰਥਿਕਤਾ ਪ੍ਰਭਾਵਿਤ ਹੋਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕਤਾ ਅੰਦਰ ਸੁਧਾਰ ਆਵੇਗਾ, ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਕਾਰੋਬਾਰ ਮੁੜ ਤੋਂ ਖੋਲ੍ਹ ਦਿੱਤੇ ਗਏ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਕੈਨੇਡਾ ਦੇ ਵਿੱਚ ਰੀਟੇਲ ਸੇਲ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਜਾਣਕਾਰੀ ਦੇ ਮੁਤਾਬਕ ਮਈ ਮਹੀਨੇ ਦੌਰਾਨ ਰੀਟੇਲ ਸੇਲ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ ਹੈ। ਏਜੰਸੀ ਦਾ ਕਹਿਣਾ ਹੈ ਕਿ ਮਈ ਮਹੀਨੇ ਦੌਰਾਨ ਰੀਟੇਲ ਸੇਲ 2.1% ਹੇਠਾਂ ਆਈ। ਇਸ ਦਾ ਕਾਰਨ ਕੋਰੋਨਾ ਵਾਇਰਸ ਦੇ ਕਾਰਨ ਜੋ ਵੱਖ-ਵੱਖ ਕਾਰੋਬਾਰ ਬੰਦ ਕੀਤੇ ਗਏ ਸਨ, ਉਸ ਨੂੰ ਮੰਨਿਆ ਜਾ ਰਿਹਾ ਹੈ ਤੇ ਹੁਣ ਨਾਲ ਹੀ ਏਜੰਸੀ ਵੱਲੋਂ ਇਹ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਦੇ ਵਿੱਚ ਵਾਧਾ ਹੋ ਸਕਦਾ ਹੈ, ਕਿਉਂਕਿ ਹੁਣ ਕੈਨੇਡਾ ਦੇ ਵਿੱਚ ਕਾਰੋਬਾਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮਈ ਮਹੀਨੇ ਦੌਰਾਨ 11 ਸਬ ਸੈਕਟਰਸ ਦੇ ਵਿੱਚ ਸੇਲ ਘੱਟ ਹੋਈ ਹੈ। ਸਭ ਤੋਂ ਵੱਧ ਗਿਰਾਵਟ ਬਿਲਡਿੰਗ ਮਟੀਰੀਅਲ ਅਤੇ ਗਾਰਡਨ ਇਕਵਿਪਮੈਂਟ, ਇਸ ਦੇ ਨਾਲ ਹੀ ਸਪਲਾਈਜ਼ ਸੈਕਟਰ ਦੇ ਵਿੱਚ ਦੇਖੀ ਗਈ ਹੈ। ਇਸ ਸੈਕਟਰ ਦੇ ਵਿੱਚ 11.3% ਦਾ ਡ੍ਰੌਪ ਰਿਕਾਰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰ ਵਹੀਕਲ ਅਤੇ ਪਾਰਟਸ ਇੰਡਸਟਰੀ ਵੀ 2.4% ਦੇ ਨਾਲ ਹੇਠਾਂ ਆਈ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਫੂਡ ਐਂਡ ਬੈਵਰੇਜ ਸਟੋਰਸ ਦੇ ਵਿੱਚ 0.8%, ਬਿਜ਼ਨੈਸਿਸ ਸੈਲਿੰਗ ਗੈਸੋਲੀਨ ਦੇ ਵਿੱਚ 0.9% ਦਾ ਘਾਟਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੋ ਕੋਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਤਹਿਤ ਵੱਖ-ਵੱਖ ਕਾਰੋਬਾਰ ਬੰਦ ਕੀਤੇ ਗਏ ਸਨ। ਪਰ ਹੁਣ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ ਗਏ ਨੇ, ਜਿਸ ਦੇ ਮੁਤਾਬਕ ਵੱਖ-ਵੱਖ ਕਾਰੋਬਾਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਜੋ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਘਾਟਾ ਦਰਜ ਕੀਤਾ ਗਿਆ, ਉਸ ਦੇ ਵਿੱਚ ਸੁਧਾਰ ਹੋਵੇਗਾ।
ਟੋਰਾਂਟੋ ਦੇ ਸੀਐਨ ਟਾਵਰ ਨੂੰ ਇੱਕ ਵਾਰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਸ ਦੇ ਚੱਲਦਿਆਂ ਸੀਐਨ ਟਾਵਰ ਨੂੰ ਵੀ ਬੰਦ ਕੀਤਾ ਗਿਆ ਸੀ। ਓਨਟਾਰੀਓ ਦੇ ਵਿੱਚ ਰੀਓਪਨਿੰਗ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਟੋਰਾਂਟੋ ਦੇ ਸੀਐਨ ਟਾਵਰ ਨੂੰ ਬੰਦ ਰੱਖਿਆ ਗਿਆ ਸੀ ਤੇ ਹੁਣ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਟੋਰਾਂਟੋ ਦੇ ਸੀਐਨ ਟਾਵਰ ਨੂੰ ਖੋਲ੍ਹ ਦਿੱਤਾ ਗਿਆ ਹੈ। ਜੀ ਹਾਂ, ਓਨਟਾਰੀਓ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਓਨਟਾਰੀਓ ਦੇ ਵਿੱਚ ਉਸ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਰੀਓਪਨਿੰਗ ਦੇ ਤੀਸਰੇ ਪੜਾਅ ਦੇ ਤਹਿਤ ਸੀਐਨ ਟਾਵਰ ਨੂੰ ਇੱਕ ਵਾਰ ਫਿਰ ਤੋਂ ਵਿਜ਼ਿਟਰਸ ਦੇ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਇਸ ਟਾਵਰ ਨੂੰ ਦਰਸ਼ਕਾਂ ਦੇ ਵਾਸਤੇ ਬੰਦ ਰੱਖਿਆ ਗਿਆ ਸੀ। ਹੁਣ ਇਸ ਟਾਵਰ ਨੂੰ ਮੁੜ ਖੋਲ੍ਹੇ ਜਾਣ ਤੋਂ ਬਾਅਦ ਇਸ ਦੀ ਵੈਬਸਾਈਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਹੈ ਕਿ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵਿਜ਼ਿਟਰ ਟਾਵਰ ਨੂੰ ਦੇਖਣ ਦੇ ਵਾਸਤੇ ਆ ਸਕਦੇ ਹਨ। ਇਸ ਦੇ ਨਾਲ ਹੀ ਇਸ ਦੀਆਂ ਟਿਕਟਾਂ ਵੀ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਨੇ। ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਾਸ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜੇ ਵੀ ਵਿਜ਼ਿਟਰ ਸੀਐਨ ਟਾਵਰ ਦੇ ਵਿੱਚ ਘੁੰਮਣ ਵਾਸਤੇ ਆਉਣਗੇ, ਉਹਨਾਂ ਦੇ ਲਈ ਜ਼ਰੂਰੀ ਹੋਵੇਗਾ ਕਿ ਇੱਥੇ ਮਾਸਕ ਪਹਿਨਿਆ ਹੋਵੇ। ਆਉਣ ਵਾਲੇ ਵਿਜ਼ਿਟਰਸ ਤੋਂ ਵੈਕਸੀਨ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਮੰਗੀ ਜਾਵੇਗੀ, ਜਿੱਥੇ ਉਹਨਾਂ ਨੂੰ ਦੱਸਣਾ ਹੋਵੇਗਾ ਕਿ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਦੇ ਸ਼ਾਟ ਹਾਸਲ ਕੀਤੇ ਗਏ ਹਨ ਜਾਂ ਫਿਰ ਨਹੀਂ। ਟਾਵਰ ਦੇ ਅੰਦਰ ਜਿਹੜਾ ਰੈਸਟੋਰੈਂਟ ਹੈ, ਉਸ ਨੂੰ 29 ਜੁਲਾਈ ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 10 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਟਾਵਰ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ। ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਤੋਂ ਲੱਕੜ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ। ਕੰਪਨੀਆਂ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਜੰਗਲ ਦੀ ਅੱਗ ਫੈਲੀ ਹੋਈ ਹੈ, ਇਸ ਦੇ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਲੱਕੜ ਦੀਆਂ ਕੀਮਤਾਂ ਅੰਦਰ ਵਾਧਾ ਦਰਜ ਕੀਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਫੈਲੀ ਹੋਈ ਹੈ। ਇਸ ਤੋਂ ਬਾਅਦ ਹੁਣ ਲੱਕੜ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਕੈਨੇਡਾ ਦੇ ਵਿੱਚ 1 ਸਾਲ ਤੋਂ ਘੱਟ ਸਮੇਂ ਦੌਰਾਨ ਹੀ ਲੱਕੜ ਦੀਆਂ ਕੀਮਤਾਂ ਦੇ ਵਿੱਚ ਦੁਬਾਰਾ ਤੋਂ ਵਾਧਾ ਦੇਖਣ ਨੂੰ ਮਿਲਿਆ। ਲੱਕੜ ਦੀਆਂ ਕੰਪਨੀਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਲੱਗੀ ਹੋਈ ਹੈ, ਇਸ ਦੇ ਕਾਰਨ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ। ਇੱਕੋ ਦਿਨ ਦੇ ਵਿੱਚ ਲੰਬੜ ਦੀਆਂ ਕੀਮਤਾਂ ਅੰਦਰ 10% ਦਾ ਵਾਧਾ ਰਿਕਾਰਡ ਕੀਤਾ ਗਿਆ ਹੈ। ਵੈਨਕੂਵਰ ਦੀ ਇੱਕ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਕੁਆਟਰ ਦੇ ਵਿੱਚ ਲੰਬਰ ਦੇ ਉਤਪਾਦਨ ਦੇ ਵਿੱਚ 115 ਮਿਲੀਅਨ ਬੋਰਡ ਫੀਟ ਦੀ ਕਟੌਤੀ ਕੀਤੀ ਜਾਵੇਗੀ, ਕਿਉਂਕਿ ਜੰਗਲ ਦੀ ਅੱਗ ਨੇ ਰੇਲਵੇ ਨੈਟਵਰਕ ਨੂੰ ਵੀ ਤਬਾਹ ਕਰ ਦਿੱਤਾ ਹੈ। ਇਹਨਾਂ ਕੰਪਨੀਆਂ ਦਾ ਕਾਰੋਬਾਰ ਇਹਨਾਂ ਰੇਲ ਨੈਟਵਰਕ ਦੇ ਉੱਪਰ ਆਧਾਰਿਤ ਹੈ। ਜਾਣਕਾਰੀ ਦੇ ਲਈ ਦੱਸੀਏ ਕਿ ਕੋਰੋਨਾ ਪੈਂਡੈਮਿਕ ਦਾ ਅਸਰ ਇਹਨਾਂ ਕੰਪਨੀਆਂ ਦੇ ਉੱਪਰ ਵੀ ਦੇਖਣ ਨੂੰ ਮਿਲਿਆ, ਪਰ ਜਦੋਂ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ, ਉਸ ਤੋਂ ਬਾਅਦ ਲੰਬੜ ਦੀ ਮੰਗ ਦੇ ਵਿੱਚ ਵੀ ਤੇਜ਼ੀ ਆਈ। ਇਸ ਦੇ ਕਾਰਨ ਮਈ ਮਹੀਨੇ ਦੌਰਾਨ ਲੰਬੜ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਇਸ ਦੀ ਮੰਗ ਘਟਣ ਤੋਂ ਬਾਅਦ ਕੀਮਤਾਂ ਪਹਿਲਾਂ ਦੇ ਮੁਕਾਬਲੇ ਹੇਠਾਂ ਆਈਆਂ ਸਨ। ਪਰ ਹੁਣ ਜੋ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਲੰਬੜ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡਾ ਦੇ ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮੌਜੂਦਾ ਕੈਨੇਡਾ ਦੇ ਵਿੱਚ ਕੀ ਹਾਲਾਤ ਨੇ, ਇਹ ਵੀ ਸਾਰੀ ਗੱਲ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਓਨਟਾਰੀਓ ਤੋਂ 24 ਘੰਟੇ ਦੌਰਾਨ 192 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇੱਕ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ਹੁਣ ਤੱਕ ਇਸ ਸੂਬੇ ਦੇ ਵਿੱਚ 5,48,986 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 43, ਪੀਲ ਰੀਜਨ ਤੋਂ 25, ਯਾਰਕ ਰੀਜਨ ਤੋਂ 18, ਵਾਟਰਲੂ ਰੀਜਨ ਤੋਂ 18, ਹੈਮਿਲਟਨ ਤੋਂ 11, ਦੁਰਹਮ ਰੀਜਨ ਤੋਂ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਬੀਤੇ 24 ਘੰਟਿਆਂ ਦੌਰਾਨ ਇੱਕ ਮੌਤ ਹੋਈ ਹੈ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,308 ਦੇ ਉੱਪਰ ਪਹੁੰਚ ਗਿਆ ਹੈ। ਓਨਟਾਰੀਓ ਦੇ ਵਿੱਚ 80.5% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ, ਜਦਕਿ 66% ਆਬਾਦੀ ਨੂੰ ਕੋਵਿਡ ਵੈਕਸੀਨ ਦੀ 2 ਸ਼ਾਟ ਹਾਸਲ ਹੋ ਚੁੱਕੀ ਹੈ। ਓਨਟਾਰੀਓ ਦੇ ਵਿੱਚ ਹੁਣ ਤੱਕ 5,38,271 ਮਾਮਲੇ ਅਜਿਹੇ ਨੇ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ ਹੈ। ਓਨਟਾਰੀਓ ਦੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1,407 ਦੇ ਕਰੀਬ ਹੈ। ਮਿਨਿਸਟਰੀ ਆਫ ਹੈਲਥ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਓਨਟਾਰੀਓ ਦੇ ਵਿੱਚ ਹਸਪਤਾਲ ਅੰਦਰ 137 ਮਰੀਜ਼ ਹਨ, 136 ਮਰੀਜ਼ ਇੰਟੈਂਸਿਵ ਕੇਅਰ ਅਧੀਨ ਅਤੇ 84 ਆਈਸੀਯੂ ਦੇ ਵਿੱਚ ਵੈਂਟੀਲੇਟਰ ਦੇ ਉੱਪਰ ਨੇ। ਕਿਬੈਕ ਦੇ ਵਿੱਚ ਇੱਕ ਵਾਰ ਫਿਰ ਤੋਂ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ। ਬੀਤੇ 24 ਘੰਟਿਆਂ ਦੌਰਾਨ ਇੱਥੋਂ 101 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਇੱਕ ਮੌਤ ਵੀ ਇਸ ਵਾਇਰਸ ਦੇ ਕਾਰਨ ਹੋਈ ਹੈ। ਇਹ ਮਾਮਲਾ ਸਾਹਮਣੇ ਆਇਆ। ਹੁਣ ਤੱਕ ਸੂਬੇ ਦੇ ਵਿੱਚ 3,76,530 ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 11,239 ਜਾਨਾਂ ਇਸ ਵਾਇਰਸ ਦੇ ਕਾਰਨ ਹੁਣ ਤੱਕ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 67 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 21 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ।
ਕਿਊਬੈਕ ਦੇ ਵਿੱਚ 83% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਸ਼ਾਟ ਅਤੇ 59% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 2 ਸ਼ਾਟ ਲੱਗ ਚੁੱਕੀ ਹੈ। ਕੈਨੇਡਾ ਤੋਂ ਹੁਣ ਤੱਕ 14.3 ਮਿਲੀਅਨ ਦੇ ਕਰੀਬ ਕੁੱਲ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। 26,531 ਜਾਨਾਂ ਹੁਣ ਤੱਕ ਕੈਨੇਡਾ ਦੇ ਵਿੱਚ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 13.9 ਮਿਲੀਅਨ ਦੇ ਕਰੀਬ ਉਹਨਾਂ ਮਾਮਲਿਆਂ ਦੀ ਗਿਣਤੀ ਹੈ ਜਿਨ੍ਹਾਂ ਵੱਲੋਂ ਕੋਵਿਡ ਵਾਇਰਸ ਨੂੰ ਮਾਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 5 ਸਾਲ ਪਹਿਲਾਂ ਹੋਇਆ ਪੰਜਾਬੀ ਦਾ ਕਤਲ, ਅੱਜ ਤੱਕ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ। ਏਅਰ ਕੈਨੇਡਾ ਨੂੰ ਪਿਆ ਘਾਟਾ, ਹੁਣ ਹੋ ਰਹੀ ਹੈ ਵੱਧ ਬੁਕਿੰਗ। ਕਈ ਸੂਬਿਆਂ ਦੇ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਢਿੱਲ, ਬਿਨਾਂ ਹੈਲਮਟ ਦੇ ਚਲਾ ਸਕਦੇ ਹਨ ਮੋਟਰਸਾਈਕਲ। ਵੈਨਕੂਵਰ ਪੁਲਿਸ ਨੇ ਬਰਾਮਦ ਕੀਤੇ 27 ਮੋਟਰਸਾਈਕਲ। ਵੈਨਕੂਵਰ ਪੁਲਿਸ ਲੱਭ ਰਹੀ ਹੈ ਮੋਟਰਸਾਈਕਲ ਮਾਲਕਾਂ ਨੂੰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਵੇਗੀ ਇੱਕ ਹੋਰ ਹੀਟ ਵੇਵ, ਮੌਸਮ ਵਿਭਾਗ ਨੇ ਦਿੱਤੀ ਇਸ ਦੀ ਜਾਣਕਾਰੀ। ਬਣਾਏ ਜਾ ਰਹੇ ਨੇ ਵੈਕਸੀਨ ਦੇ ਝੂਠੇ ਪ੍ਰੂਫ, ਇਸ ਬਾਰੇ ਆਈ ਜਾਣਕਾਰੀ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।